ਅੱਗੇ ਸਿੱਧਾ ਨੇ ਸਤਿਗੁਰਾਂ ਦੇ ਪਾਸ ਇਹ ਬੇਨਤੀ ਕੀਤੀ ਕਿ ਜਿਸ ਪ੍ਰਕਾਰ ਆਪ ਜੀ ਨੇ ਪਿਛਲੀ 36ਵੀਂ ਪੌੜੀ ਦੇ ਅੰਦਰ ਜੋ ਉਪਾਸਨਾ ਕਾਂਡ ਹੈ, ਸ਼ਰਮ ਖੰਡ ਹੈ, ਉਸ ਦਾ ਜ਼ਿਕਰ ਕੀਤਾ ਹੈ, ਉਸੇ ਤਰ੍ਹਾਂ ਹੀ ਸਾਡੇ ਤਾਈਂ ਜਿਹੜੀ ਇਸ ਤੋਂ ਬਾਅਦ ਕਿਹੜਾ ਖੰਡ ਹੈ ਔਰ ਇਸ ਤੋਂ ਬਾਅਦ ਜੋ ਗਿਆਨ ਦੀ ਜੋ 6ਵੀਂ ਭੂਮਿਕਾ ਪਦਾਰਥਾ ਅਭਾਵਨੀ ਹੈ, ਉਸ ਦੀ ਬਾਬਤ ਵੀ ਸਾਨੂੰ ਦੱਸਣਾ ਕਰੋ। ਤੇ ਸਤਿਗੁਰਾਂ ਨੇ ਇਸ 37ਵੀਂ ਪੌੜੀ ਦੇ ਅੰਦਰ ਜੋ ਸ਼ਰਮ ਖੰਡ ਤੋਂ ਬਾਅਦ ਜੋ ਕਰਮ ਖੰਡ ਦੀ ਅਵਸਥਾ ਹੈ, ਕਰਮ ਖੰਡੀ ਹਨ, ਜਿਹੜਾ ਕਰਮ ਨਾਮ ਉਹ ਕਿਰਪਾ ਦਾ ਹੈ, ਜਾਂ ਫਾਰਸੀ 'ਚ ਕਰਮ ਨਾਮ ਬਖਸ਼ਿਸ਼ ਨੂੰ ਵੀ ਆਖਦੇ ਨੇ। ਭਾਵ ਜਿਨ੍ਹਾਂ ਦੇ ਉੱਪਰ ਜਿਹੜੀ ਐਸੀ ਦ੍ਰਿਸ਼ਟੀ ਹੋ ਜਾਣੀ ਪਰਮੇਸ਼ਰ ਵਾਹਿਗੁਰੂ ਦੀ ਕਿ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ, ਜਾਂ ਫਿਰ ਇਹ ਬਚਨ ਹਨ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ। ਐਸੀ ਜਿਹੜੀ ਅਵਸਥਾ ਦੇ ਮਨੁੱਖ ਹਨ, ਗੁਰਸਿੱਖ ਹਨ, ਕਰਮਖੰਡੀ, ਉਹਨਾਂ ਦਾ ਜ਼ਿਕਰ ਇਸ ਪੌੜੀ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਦੇ ਨੇ। ਔਰ ਨਾਲ ਹੀ ਜਿਹੜੀ ਗਿਆਨ ਦੀ 6ਵੀਂ ਭੂਮਿਕਾ ਹੈ ਉਸ ਦਾ ਜ਼ਿਕਰ ਵੀ ਕੀਤਾ। ਜਿਵੇਂ ਕਵੀ ਅਨਾਥ ਜੀ ਨੇ ਵਿਚਾਰਮਾਲਾ ਗ੍ਰੰਥ ਦੇ ਅੰਦਰ ਪਦਾਰਥਾ ਭਾਵਨੀ ਦਾ ਜੋ ਲਕਸ਼ਣ ਹੈ ਉਹ ਲਿਖਿਆ ਹੈ ਕਿ ਕਿਸ ਨੂੰ ਆਖਦੇ ਨੇ, ਕਹੇ ਪਦਾਰਥ ਬਿਦ ਲਓ ਸਭ ਕੋ ਹੋਏ ਅਭਾਵ, ਯਹ ਪਦਾਰਥਾ ਅਭਾਵਨੀ ਖਸਟੀ ਭੂਮ ਲਖਾਵ। ਤੇ ਇਸ ਦਾ ਜ਼ਿਕਰ ਕਰਦੇ ਨੇ ਕਿ ਇਸ ਦਾ ਇਹ ਲਕਸ਼ਣ ਹੈ ਕਿ ਜਿਤਨੇ ਵੀ ਆਦਿ ਕਾਲ ਤੋਂ ਬ੍ਰਹਮਾ ਤੋਂ ਲੈ ਕੇ ਇੰਦਰ ਤੱਕ ਜਿੰਨੇ ਵੀ ਕੋਈ ਪਦਾਰਥ ਪੈਦਾ ਹੋਏ ਨੇ, ਕੋਈ ਖਾਣ ਵਾਲੀਆਂ ਵਸਤੂਆਂ ਨੇ, ਪਹਿਨਣ ਵਾਲੀਆਂ ਵਸਤੂਆਂ ਨੇ, ਜਾਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਗ ਪਦਾਰਥ ਨੇ, ਉਹਨਾਂ ਦੇ ਵਿੱਚੋਂ ਅਭਾਵ ਹੋ ਜਾਣਾ, ਭਾਵ ਉਹਨਾਂ ਦੀ ਜਿਹੜੀ ਪਕੜ ਹੈ, ਉਹਨਾਂ ਦੀ ਜਿਹੜਾ ਮੋਹ ਹੈ ਉਸ ਤੋਂ ਦੂਰ ਹੋ ਜਾਣਾ। ਇਸ ਪ੍ਰਕਾਰ ਦੀ ਜਿਹੜੀ ਅਵਸਥਾ ਹੈ ਉਸ ਨੂੰ ਆਖਿਆ ਜਾਂਦਾ ਹੈ ਯਹ ਪਦਾਰਥ ਅਭਾਵਨੀ। ਇਸ ਦਾ ਨਾਮ ਹੀ ਗਿਆਨ ਦੀ 6ਵੀਂ ਭੂਮਿਕਾ ਪਦਾਰਥਾ ਭਾਵਨੀ ਹੈ। ਸੋ ਇਸ ਪ੍ਰਕਾਰ ਇਹ ਇੱਕ ਜਿਸ ਪ੍ਰਕਾਰ ਸੁਖੋਪਤ ਅਵਸਥਾ ਹੁੰਦੀ ਹੈ, ਇੱਕ ਜਾਗਰਤ ਅਵਸਥਾ ਹੁੰਦੀ ਹੈ, ਇੱਕ ਸੁਪਨ ਅਵਸਥਾ ਹੁੰਦੀ ਹੈ, ਉਸ ਤੋਂ ਬਾਅਦ ਜਿਹੜੀ ਸੁਖੋਪਤ ਅਵਸਥਾ ਹੁੰਦੀ ਹੈ ਜਿਸ ਦੇ ਵਿੱਚ ਸੁਪਨੇ ਵੀ ਨਹੀਂ ਆਉਂਦੇ, ਜਿਸ ਵਿੱਚ ਆਪਾਂ ਨੂੰ ਆਪਣਾ ਜਿਹੜਾ ਭਾਵ ਹੈ ਉਹ ਵੀ ਪ੍ਰਤੀਤ ਨਹੀਂ ਹੁੰਦਾ। ਜਿਵੇਂ ਗੁਰਬਾਣੀ ਦੇ ਅੰਦਰ ਇਹ ਬਚਨ ਆਉਂਦੇ ਨੇ, ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨਮ ਸੁਨੰ, ਚੌਥੇ ਸੁਨੈ ਜੋ ਨਰ ਜਾਣੈ ਤਾ ਕੋ ਪਾਪ ਨ ਪੁੰਨੰ। ਜਿੱਥੇ ਪਾਪ ਔਰ ਪੁੰਨ ਉਹਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਉਸੇ ਪ੍ਰਕਾਰ ਹੀ ਜਿਵੇਂ ਸੁਪਨੇ ਦੇ ਵਿੱਚ ਸਾਨੂੰ ਫਿਰ ਵੀ ਆਪਣਾ ਜਿਹੜਾ ਭਾਵ ਹੈ, ਜੀਵ ਭਾਵ ਉਸ ਦੀ ਜਿਹੜੀ ਹੋਂਦ ਹੈ ਉਹ ਬਣੀ ਰਹਿੰਦੀ ਹੈ। ਪਰ ਉਸ ਤੋਂ ਬਾਅਦ ਜਿਹੜੀ ਸੁਖੋਪਤ ਅਵਸਥਾ ਹੁੰਦੀ ਹੈ ਜਿਸ ਦੇ ਵਿੱਚ ਸਾਨੂੰ ਸੰਸਾਰੀ ਜਿਹੜੇ ਪਦਾਰਥ ਨੇ, ਮੋਹ ਮਮਤਾ ਹੈ, ਉਸ ਦਾ ਸਾਨੂੰ ਕੋਈ ਗਿਆਨ ਨਹੀਂ ਰਹਿੰਦਾ, ਸਾਨੂੰ ਆਪਦੇ ਆਪੇ ਦਾ ਗਿਆਨ ਨਹੀਂ ਰਹਿੰਦਾ। ਉਸੇ ਪ੍ਰਕਾਰ ਦੀ ਇਹ ਜਿਹੜੀ 6ਵੀਂ ਗਿਆਨ ਦੀ ਭੂਮਿਕਾ ਉਸੇ ਤਰ੍ਹਾਂ ਦੀ ਹੈ ਕਿ ਇਸ ਦੇ ਅੰਦਰ ਵੀ ਐਸੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਐਸੀ ਬਖਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਪਦਾਰਥ ਹਨ ਉਹਨਾਂ ਨੂੰ ਸਿਰਫ ਆਪਣੇ ਜੀਵਨ ਦੇ ਨਿਰਵਾਹ ਲਈ ਗੁਰਸਿੱਖ ਜਾਂ ਐਸੀ ਅਵਸਥਾ ਵਾਲੇ ਮਨੁੱਖ ਵਰਤਦੇ ਨੇ, ਪਰ ਉਹਨਾਂ ਦੀ ਜਿਹੜੀ ਪਕੜ ਹੈ, ਉਹਨਾਂ ਦੀ ਜਿਹੜੀ ਅਸਲ ਖਿੱਚ ਹੈ ਉਹ ਪਦਾਰਥਾਂ ਦੇ ਵੱਲੋਂ ਹਟ ਜਾਂਦੀ ਹੈ। ਐਸੀ ਜਿਹੜੀ ਇਹ ਗਿਆਨ ਦੀ 6ਵੀਂ ਭੂਮਿਕਾ ਦਾ ਜ਼ਿਕਰ ਕਵੀ ਅਨਾਥ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਕੀਤਾ ਹੈ। ਸੋ ਸਤਿਗੁਰੂ ਜੀ ਜਿਸ ਪ੍ਰਕਾਰ ਅੱਗੇ ਆਪਣੀ ਇਸ 37ਵੀਂ ਪੌੜੀ ਦੇ ਅੰਦਰ ਜਾਂ ਫਿਰ ਗੁਰਬਾਣੀ ਦੇ ਅੰਦਰ ਇੱਕ ਇਹ ਵੀ ਸਤਿਗੁਰਾਂ ਨੇ ਭਗਤ ਕਬੀਰ ਸਾਹਿਬ ਜੀ ਨੇ ਜਿਵੇਂ ਬਚਨ ਲਿਖੇ ਹਨ ਕਿ ਜਿਹੜੀ ਇਹ ਸੰਸਾਰ ਦੇ ਮਨੁੱਖ ਉਹਨਾਂ ਦੀ ਅਸਲ ਦੇ ਵਿੱਚ ਇੱਦਾਂ ਦੀ ਭਾਵਨਾ ਬਣੀ ਰਹਿੰਦੀ ਹੈ ਕਿ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ। ਇਹ ਇੱਕ ਇਸ ਤੋਂ ਉਲਟ ਭਾਵਨਾ ਹੈ, ਭਾਵ ਇਸ ਤੋਂ ਅਪੋਜਿਟ ਹੈ ਕਿ ਇਸ ਤਰ੍ਹਾਂ ਪਦਾਰਥਾਂ ਦੀ ਜਿਹੜੀ ਖਿੱਚ ਹੈ, ਪਰਿਵਾਰਕ ਮੋਹ ਹੈ, ਉਸ ਦੇ ਵਿੱਚ ਲੁਪਾਏਮਾਨ ਰਹਿਣਾ ਤੇ ਉਸ ਦੇ ਅੰਦਰ ਹੀ ਖਚਤ ਪਚਤ ਹੋਏ ਰਹਿਣਾ,
ਇਹ ਇਸ ਤੋਂ ਉਲਟ ਸਤਿਗੁਰਾਂ ਨੇ ਬਚਨ ਆਖੇ ਨੇ ਕਿ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿਲੀਜੈ। ਭਾਵ ਇਹੀ ਹੈ ਕਿ ਜਿਹੜੀ ਪਦਾਰਥ ਅਭਾਵਨੀ ਅਵਸਥਾ ਹੈ ਉਸ ਦੇ ਵੱਲ ਧਿਆਨ ਗੋਚਰੇ ਸਾਨੂੰ ਹੋਣਾ ਚਾਹੀਦਾ। ਇਸ ਦੇ ਨਾਲ ਹੀ ਸਾਨੂੰ ਜਿਹੜੀ ਗੁਰਬਾਣੀ ਔਰ ਸਾਡਾ ਜਿਹੜਾ ਜੀਵਨ ਹੈ ਉਸ ਦੇ ਅੰਦਰ ਸਾਡੀ ਸਫਲਤਾ ਹੀ ਹੈ, ਉਸ ਦੀ ਸਾਨੂੰ ਪ੍ਰਾਪਤੀ ਹੋ ਸਕਦੀ ਹੈ।